ਤੁਹਾਡੇ ਨਾਲ ਮੈਂ ਗੱਲਬਾਤ ਕਰਦਾ ਔਰ ਤੁਹਾਡੇ ਨਾਲ ਗੱਲਬਾਤ ਇਸ ਗੱਲ ਦੀ ਕਿ ਜਿਹੜਾ ਕੋਵਿਡ ਦਾ ਮਸਲਾ ਸਾਡੇ ਪੂਰੇ ਦੁਨੀਆ ਚੱਲਿਆ ਹੋਇਆ ਹੈ, ਆਪਣੇ ਪੰਜਾਬ 'ਤੇ ਉਹਦਾ ਅਸਰ ਕੀ ਹੋ ਰਿਹਾ। ਜਿੱਥੇ ਤਾਈਂ ਦੇਸ਼ ਹੈ, ਤੁਹਾਨੂੰ ਆંકੜੇ ਦੇਸ਼ ਦੇ ਰੋਜ਼ ਹੀ ਅਖਬਾਰਾਂ 'ਚ ਆਉਂਦੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਹਾਲਾਤ ਬਹੁਤ ਮਾੜੇ ਨੇ। ਮਹਾਰਾਸ਼ਟਰ, ਤਾਮਿਲਨਾਡੂ ਵਗੈਰਾ ਜਿਸ ਤਰੀਕੇ ਨਾਲ ਜਾ ਰਿਹਾ ਕੰਮ, ਇਹ ਬਿਲਕੁਲ ਆਊਟ ਆਫ ਕੰਟਰੋਲ। ਹੁਣ ਦਿੱਲੀ ਵਿੱਚ ਵੀ ਇਹੀ ਹੋਣ ਲੱਗ ਗਿਆ, ਹਰਿਆਣੇ ਵਿੱਚ ਵੀ ਸਾਡੇ ਤੋਂ ਬਹੁਤ ਜ਼ਿਆਦਾ ਅੱਗੇ ਵਧਿਆ ਹੋਇਆ ਕੰਮ। ਅੱਜ ਤਾਈਂ ਪੰਜਾਬ ਦਾ ਰੁਖ ਦੂਸਰੇ ਪਾਸੇ ਹੈ। ਅਸੀਂ ਹਾਲਾਤ ਸੁਧਰੇ ਹੋਏ ਨੇ, ਲੇਕਿਨ ਇਹ ਕਹਿੰਦੇ ਹੋਏ ਮੈਨੂੰ ਇਹ ਵੀ ਕਹਿਣਾ ਚਾਹੀਦਾ ਹੈ ਕਿ ਹਾਲਾਤ ਇੱਥੇ ਵੀ ਜੋ ਪਹਿਲਾਂ ਸੀ ਉਹ ਨਹੀਂ ਰਹੇ। ਸ਼ੁਰੂਆਤ ਵਿੱਚ ਇਹਦੇ ਬਾਵਜੂਦ ਕਿ ਲੋਕ ਵਿਦੇਸ਼ਾਂ ਤੋਂ ਆਏ, 1,43,00,000 ਬੰਦਾ ਆਇਆ ਦੂਜੇ ਮੁਲਕਾਂ 'ਚੋਂ। ਉਸ ਤੋਂ ਬਾਅਦ ਉਹ ਨੰਦੇੜ ਦੀ ਉਹ ਇੱਕ ਪੀਕ ਹੋਈ ਸੀ, ਫਿਰ ਉਹ ਜਿਹੜੀ ਨਿਜ਼ਾਮੂਦੀਨ ਦੀ ਪੀਕ ਹੋਈ ਸੀ। ਉਸ ਤੋਂ ਬਾਅਦ ਕੰਮ ਸੁਧਰਿਆ ਸੀ ਔਰ ਦਿਨ ਪਰ ਦਿਨ ਕਦੇ 20, 24, 25 ਇਹੋ ਜਿਹੇ ਲੋਕ ਆਪਣੇ ਸਾਡੇ ਲੋਕ ਕੋਵਿਡ ਦੇ ਮਰੀਜ਼ ਬਣੇ। ਲੇਕਿਨ ਹੁਣ ਇਹ ਵੱਧਦਾ ਜਾ ਰਿਹਾ ਨਾ, ਸਿਰਫ ਆਪਣੇ ਪੰਜਾਬ 'ਚ ਨਹੀਂ, ਸਾਰੀ ਦੁਨੀਆ ਦਾ ਹਾਲ ਹੀ ਹੈ। ਟ੍ਰੈਂਡ ਹੀ ਇਸ ਬਿਮਾਰੀ ਦਾ ਇਹ ਹੈ। ਔਰ ਇਸ ਵੇਲੇ ਕੱਲ੍ਹ 114 ਸਾਡੇ ਇਹੋ ਜਿਹੇ ਸਾਡੇ ਮਰੀਜ਼ ਹੋਏ ਨੇ ਇਸ ਕਰਕੇ ਮੈਨੂੰ ਕੱਲ੍ਹ ਸਖਤੀ ਵੀ ਕਰਨੀ ਪਈ ਕੁਛ, ਔਰ ਇੱਥੇ ਲੋਕਡਾਊਨ ਦੇ ਵਿੱਚ ਥੋੜ੍ਹਾ ਵਧਾਉਣਾ ਪਿਆ। ਮੈਂ ਜਾਣਦਾ ਹੈ ਕਿਸੇ ਨੂੰ ਪਸੰਦ ਨਹੀਂ, ਨਾ ਤੁਹਾਨੂੰ ਪਸੰਦ ਹੈ ਨਾ ਮੈਨੂੰ ਪਸੰਦ ਹੈ, ਲੇਕਿਨ ਇਹ ਕਦੇ ਕਦੇ ਇਹੋ ਜਿਹੀ ਕੌੜੀ ਘੁੱਟ ਆਪਾਂ ਨੂੰ ਪੀਣੀ ਪੈਂਦੀ ਹੈ। ਔਰ ਇਹ ਜਿਹੜਾ ਅੱਜ ਵਧਿਆ ਕੰਮ, ਇਹ ਵਧਿਆ ਸਾਡੇ 3 ਸ਼ਹਿਰਾਂ 'ਚ, ਸਭ ਤੋਂ ਜ਼ਿਆਦਾ ਅੰਮ੍ਰਿਤਸਰ 'ਚ, ਫਿਰ ਜਲੰਧਰ ਔਰ ਲੁਧਿਆਣਾ। ਔਰ ਇੱਥੇ ਆਪਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਇਹ ਨਹੀਂ ਕਿ ਸਿਰਫ ਵੱਡੇ ਸ਼ਹਿਰਾਂ 'ਚ, ਛੋਟੇ ਸ਼ਹਿਰਾਂ ਦੇ ਵਿੱਚ ਵੀ ਇਹੀ ਆંકੜੇ ਮੈਂ ਕੁਝ ਦੇਖ ਰਿਹਾ। ਇਹ ਨਹੀਂ ਇੰਨੇ ਆંકੜੇ ਜਿੰਨੇ ਇਹ ਵੱਡੇ ਸ਼ਹਿਰਾਂ 'ਚ ਨੇ, ਲੇਕਿਨ ਉੱਪਰ ਨੂੰ ਜਾਂਦੀ ਜਿਹੜਾ ਰੁਖ ਹੈ ਨਾ, ਉਹਨੂੰ ਆਪਾਂ ਨੇ ਰੋਕਣਾ। ਪਠਾਨਕੋਟ ਵਿੱਚ, ਗੁਰਦਾਸਪੁਰ ਵਿੱਚ, ਪਟਿਆਲੇ ਵਿੱਚ ਇਸ ਕਿਸਮ ਦਾ ਕੰਮ ਇਹ ਚੱਲ ਰਿਹਾ ਕਿ ਥੋੜ੍ਹੇ ਥੋੜ੍ਹੇ ਅੱਗੇ ਕੰਮ ਵੱਧ ਰਿਹਾ। ਇਹ ਕਿਉਂ ਵੱਧ ਰਿਹਾ? ਕੁਛ ਤਾਂ ਹੁਣ ਲੋਕ ਬਾਹਰੋਂ ਆ ਰਹੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਕਿ 43,000 ਬੰਦਾ ਪਿਛਲੇ ਮਹੀਨੇ ਆਪਣਾ ਬਾਹਰੋਂ ਇੱਥੇ ਦੂਜੇ ਸਾਡੇ ਸੂਬਿਆਂ 'ਚੋਂ ਆਇਆ। ਕੁਛ ਲੋਕ ਵਿਦੇਸ਼ਾਂ ਤੋਂ ਆ ਰਹੇ ਨੇ ਜੋ ਅੰਮ੍ਰਿਤਸਰ ਦੇ ਵਿੱਚ ਉੱਥੇ ਲੈਂਡ ਕਰ ਰਹੇ ਨੇ ਏਅਰਪੋਰਟ ਦੇ ਵਿੱਚ। ਦੁਬਈ ਜੈਸੇ ਮੁਲਕ ਦੇ ਵਿੱਚ ਜਿੱਥੇ ਬਹੁਤ ਪਹਿਲੇ ਹੋਇਆ, ਉੱਥੋਂ ਡੇਲੀ ਉੱਥੋਂ ਫਲਾਈਟ ਆਉਂਦੀ ਹੈ। ਜਿਹੜੀਆਂ ਟ੍ਰੇਨਾਂ ਸਾਡੀਆਂ ਚੱਲਦੀਆਂ ਨੇ ਅੰਤ ਵਿੱਚ ਆ ਕੇ ਅੰਮ੍ਰਿਤਸਰ ਰੁਕਦੀਆਂ ਨੇ, ਉੱਥੇ ਲੋਕ ਬਹੁਤ ਉਤਰਦੇ ਨੇ। ਸੋ ਇਹ ਚੀਜ਼ਾਂ ਅੰਮ੍ਰਿਤਸਰ ਵਾਸਤੇ ਇਹ ਹਾਲਾਤ ਬਣੇ ਹੋਏ ਨੇ ਜਿਹਦੇ ਅਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਲੇਕਿਨ ਅਗਰ ਤੁਸੀਂ ਆਪਣੇ ਜੋ ਦੱਸੇ ਹੋਏ ਤੁਹਾਨੂੰ ਤਜਰਬਾ ਦੱਸਿਆ ਹੋਇਆ, ਦੁਨੀਆ ਦਾ ਦੇਖਿਆ ਹੋਇਆ ਤਜਰਬਾ, ਜੋ ਸਾਰੇ ਸਾਇੰਟਿਸਟ, ਜੋ ਸਾਰੇ ਡਾਕਟਰ ਦੱਸਦੇ ਨੇ, ਛੋਟੀਆਂ ਚੀਜ਼ਾਂ, ਆਪਣਾ ਮਾਸਕ ਪਾਉਣਾ, ਆਪਣੇ ਹੱਥ ਧੋਣੇ, ਸੋਸ਼ਲ ਡਿਸਟੈਂਸਿੰਗ ਰੱਖਣੀ, ਇਹ ਬਹੁਤ ਹੱਦ ਤੱਕ ਇਹਦਾ ਫਰਕ ਪੈ ਜਾਂਦਾ ਹੈ ਇਸ ਬਿਮਾਰੀ ਨੂੰ ਫੈਲਣ ਦਾ। ਆਹ ਦੇਖੋ, ਇਹ ਮੇਰੇ ਕੋਲ ਅੱਜ ਇਹ ਰਿਪੋਰਟ ਆਈ ਹੈ ਕੈਂਬਰਿਜ ਯੂਨੀਵਰਸਿਟੀ UK ਦੇ ਵਿੱਚ। ਉੱਥੇ ਇਹਨਾਂ ਨੇ ਕਿਹਾ, ਜੋ ਇਹਨਾਂ ਦੀ ਆਪਣੀ ਸਟੱਡੀ ਹੈ, ਕਿ ਅਗਰ ਸਿਰਫ ਮਾਸਕ ਪਾਇਆ ਜਾਏ ਤਾਂ 75 ਤੋਂ ਲੈ ਕੇ 80% ਇਹ ਬਿਮਾਰੀ ਰੁਕ ਸਕਦੀ ਹੈ, ਸਿਰਫ ਮਾਸਕ ਰੱਖਣ 'ਤੇ। ਤਾਂ ਫਿਰ ਇਹ ਕੀ ਵੱਡੀ ਗੱਲ ਹੈ? ਅਗਰ ਤੁਸੀਂ ਇਸ ਮਾਸਕ ਨੂੰ ਪਾ ਲਓ, ਜੈਸੇ ਇਸ ਦਿਖਾਈ ਹੈ ਤਸਵੀਰ 'ਚ ਇਸ ਲੜਕੀ ਨੇ, ਤਾਂ ਅਗਰ ਆਪਾਂ 75-80% ਆਪਣੀ ਸੁਰੱਖਿਆ ਆਪਾਂ ਕਰ ਸਕਦੇ ਹਾਂ ਔਰ ਹੋਰਾਂ ਦੀ ਕਰ ਸਕਦੇ ਹਾਂ, ਤਾਂ ਇਹ ਤਾਂ ਬਹੁਤ ਛੋਟੀ ਗੱਲ ਹੈ। ਫਿਰ ਹੱਥ ਧੋਣੇ, ਫਿਰ ਸੋਸ਼ਲ ਡਿਸਟੈਂਸ ਰੱਖਣੀ, ਕੀ ਵੱਡੀ ਗੱਲ ਹੈ? ਲੇਕਿਨ ਇਹ ਗੱਲਾਂ ਅਗਰ ਆਪਾਂ ਕਰਾਂਗੇ ਤਾਂ ਜਿਹੜੀ ਇਹ ਵੱਧਦਾ ਜਾ ਰਿਹਾ, ਇੱਥੇ ਬਿਮਾਰੀ ਵੱਧਦੀ ਜਾ ਰਹੀ ਹੈ, ਉਹਨੂੰ ਆਪਾਂ ਕਿਸੇ ਹੱਦ ਤੱਕ ਇੱਥੇ ਰੋਕ ਸਕਾਂਗੇ। ਤਾਂ ਇੱਕ ਤਾਂ ਇਹ ਗੱਲਾਂ ਮੈਂ ਤੁਹਾਡੇ ਨਾਲ ਕਰਨੀ ਸੀ। ਮੈਂ ਨਹੀਂ ਚਾਹੁੰਦਾ ਕਿ ਆਪਣਾ ਪੰਜਾਬ ਜਿਸ ਤਰੀਕੇ ਨਾਲ ਹੋਰ ਸੂਬਿਆਂ ਦੇ ਵਿੱਚ ਜਾ ਰਿਹਾ ਕੰਮ, ਉਹ ਵੱਧਦਾ ਰਹੇ। ਤਾਂ ਹੀ ਅਸੀਂ ਇਹ ਜਿਹੜੀਆਂ ਕੁਝ ਗੱਲਾਂ ਨੇ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਸੀ। ਤੁਹਾਡੇ ਸਵਾਲ ਬਹੁਤ ਨੇ, ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਸਕੀਮ ਵੀ ਅਸੀਂ ਚਲਾਈ ਹੈ। ਉਹ ਸਕੀਮ ਅਗਰ ਡੇਲੀ ਕੋਈ ਪੁਆਇੰਟ ਅਸੀਂ ਦੇਵਾਂਗੇ, ਅਗਰ ਡੇਲੀ ਕੋਈ ਹੱਥ ਧੋਵੇ, ਉਹਦੀ ਤਸਵੀਰ ਸਾਨੂੰ ਭੇਜੇ, ਕੋਈ ਮਾਸਕ ਪਾਏ, ਕੋਈ ਆਪਣੀ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖੇ, ਔਰ ਅਸੀਂ ਡੇਲੀ ਜਿਹੜਾ ਨੰਬਰ 1 ਆਉਂਦਾ ਹੈ ਪੰਜਾਬ ਦੇ ਵਿੱਚ, ਉਹਨੂੰ ਅਸੀਂ ਬ੍ਰੌਂਜ਼ ਇੱਕ ਸਰਟੀਫਿਕੇਟ ਦੇਵਾਂਗੇ। ਜਿਹੜਾ ਇੱਕ ਲਗਾਤਾਰ ਕਰਦਾ ਇੱਕ ਹਫ਼ਤੇ ਵਾਸਤੇ, ਉਹਨੂੰ ਸਿਲਵਰ ਸਰਟੀਫਿਕੇਟ।
ਔਰ ਅਗਰ ਜਿਹੜਾ ਮਹੀਨੇ ਵਾਸਤੇ ਤੁਸੀਂ ਇਹ ਗੱਲਾਂ ਕਰਦੇ ਰਹੋ ਔਰ ਸਾਨੂੰ ਆંકੜੇ ਸਾਰੇ ਭੇਜਦੇ ਰਹੋ, ਤਸਵੀਰਾਂ ਭੇਜਦੇ ਰਹੋ, ਉਹਨੂੰ ਗੋਲਡ ਸਰਟੀਫਿਕੇਟ। ਇਹ ਮੈਂ ਦੇਖਣਾ ਚਾਹੁੰਦਾ ਕਿ ਕੌਣ ਆਪਣੇ ਪੰਜਾਬ ਦੇ ਵਿੱਚ ਇਹ ਗੋਲਡ, ਸਿਲਵਰ ਔਰ ਬ੍ਰੌਂਜ਼ ਇਹ ਸਭ ਕੁਝ ਕਰ ਸਕਣ। ਇਹ ਸਾਡਾ ਆਪਰੇਸ਼ਨ ਫਤਿਹ ਦਾ ਇੱਕ ਮੁੱਦਾ ਹੈ ਔਰ ਇੱਕ ਸੋਚ ਹੈ ਜਿਹੜੀ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਮਨਾਂ 'ਚ ਵਸਾਓ ਔਰ ਆਪਾਂ ਇਹ ਦੇਖੀਏ ਕਿ ਕੌਣ ਇਸ ਮਿਸ਼ਨ ਫਤਿਹ ਦੇ ਇਸ ਗੱਲ ਦੇ ਵਿੱਚ ਸਰਟੀਫਿਕੇਟ ਲੈਣ 'ਚ ਕਾਮਯਾਬ ਹੋਊਗਾ। ਹੋਰ ਗੱਲਾਂ ਬਹੁਤ ਨੇ ਜਿਹੜੀਆਂ ਮੈਂ ਕਰਨਾ ਚਾਹੁੰਦਾ ਤੁਹਾਡੇ ਨਾਲ। ਕਈ ਸਾਡੇ ਆંકੜੇ ਦੇਖੋ ਹੁਣ ਇੱਥੇ ਆંકੜੇ ਇੱਕ ਇਹ ਨੇ, ਜੈਸੇ ਆਪਾਂ ਸੈਂਪਲ ਹੁਣ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਤਕਰੀਬਨ 700 ਦੇ ਕਰੀਬ ਸੈਂਪਲਿੰਗ ਸਾਡੀ ਹੁੰਦੀ ਸੀ ਰੋਜ਼। ਇਸ ਵੇਲੇ ਅਸੀਂ 11,000 ਤੇ ਪਹੁੰਚੇ ਹੋਏ ਹਾਂ। ਇੱਕ ਕਾਰਨ ਇਹ ਜ਼ਿਆਦਾ ਇਹ ਜਿਹੜੇ ਕੋਵਿਡ ਆਪਾਂ ਨੂੰ ਪੋਜ਼ੀਟਿਵ ਕੇਸ ਆ ਰਹੇ ਨੇ ਇਹ ਵੀ ਹੈ, ਕਿਉਂਕਿ ਪਹਿਲਾਂ ਜਦੋਂ ਤੁਸੀਂ 700-800 ਕਰੋ ਉਹਦੇ ਨਾਲ ਅਗਰ 10-15 ਬੰਦੇ ਪੋਜ਼ੀਟਿਵ ਹੋਣ ਔਰ ਤੁਸੀਂ ਹੁਣ 11,000 ਤੇ ਲੈ ਜਾਓ ਤਾਂ ਨੈਚੁਰਲੀ ਜ਼ਿਆਦਾ ਲੋਕਾਂ ਨੇ ਉੱਥੇ ਉਹਦੇ ਵਿੱਚ ਆਉਣਾ ਹੈ ਔਰ ਉਹਦੇ ਵਿੱਚ ਜਿਹੜੀ ਟੈਸਟਿੰਗ ਜ਼ਿਆਦਾ ਹੁੰਦੀ ਹੈ ਉਹ ਟੈਸਟਿੰਗ ਦੇ ਵਿੱਚ ਇਹ ਹੁਣ 11,000 ਦੇ ਵਿੱਚੋਂ 99 ਬੰਦੇ ਪੋਜ਼ੀਟਿਵ ਨਿਕਲੇ ਨੇ। ਤੋ ਇਹਦੇ ਨਾਲ ਪਤਾ ਲੱਗ ਜਾਂਦਾ, ਲੇਕਿਨ ਇਹ ਜ਼ਰੂਰੀ ਹੈ, ਟੈਸਟਿੰਗ ਜ਼ਰੂਰੀ ਹੈ। ਮਾਹਰ ਕਹਿੰਦੇ ਨੇ ਕਿ ਟੈਸਟ ਕਰੀ ਚੱਲੋ, ਇਹਦੇ ਨਾਲ ਹੀ ਪਤਾ ਲੱਗੂਗਾ ਕਿ ਕਿੱਥੇ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਮੁਲਕ ਦੇ ਵਿੱਚ ਇਹ ਗੱਲ ਜਾ ਰਹੀ ਹੈ। ਇਸ ਵੇਲੇ ਤੱਕ ਆਪਾਂ ਨੇ 1,65,000 ਟੈਸਟਿੰਗ ਕਰਵਾਈਆਂ ਨੇ ਔਰ ਇਹ 11,000 ਵੀ 15 ਦਿਨਾਂ ਦੇ ਵਿੱਚ ਅਸੀਂ ਇਹਨੂੰ 20,000 ਲੈ ਜਾਵਾਂਗੇ। ਮਸ਼ੀਨਰੀ ਸਾਡੇ ਕੋਲ ਆ ਗਈ, ਸਾਰੇ ਲੈਬੋਰਟਰੀਆਂ 'ਚ ਲੱਗ ਗਈ। ਸਾਡੇ ਕੋਲ ਜਿਹੜੇ ਲੋਕ ਨੇ ਟੈਸਟ ਕਰਾਉਣ ਵਾਲੇ ਉੱਥੇ ਉਹਨਾਂ ਦੀ ਟ੍ਰੇਨਿੰਗ ਹੋ ਰਹੀ ਹੈ, ਕਿਉਂਕਿ ਇੰਨੇ ਸਾਡੇ ਜਿੰਨਾ ਅਸੀਂ ਸਮਝਦੇ ਸੀ ਕਿ ਇੰਨੇ ਸਾਨੂੰ ਲੋੜ ਪਊਗੀ, ਉਹ ਟ੍ਰੇਨਡ ਬੰਦੇ ਨਹੀਂ ਸੀ। ਉਹ ਟ੍ਰੇਨਿੰਗ 2-4 ਦਿਨਾਂ 'ਚ ਖਤਮ ਹੋ ਜੂ ਔਰ ਇਸ ਦੇ ਨਾਲ ਹੀ ਟੈਸਟਿੰਗ ਦਾ ਥੋੜ੍ਹਾ ਵਾਧਾ ਸ਼ੁਰੂ ਹੋ ਜਾਣਾ ਹੈ। ਫਿਰ ਸਾਡੇ ਕੋਲ ਰਿਕਵਰੀ ਵੀ ਬਹੁਤ ਅੱਛੀ ਹੋਈ ਹੈ। ਇਹ ਵਾਹਿਗੁਰੂ ਦੀ ਕਿਰਪਾ ਹੈ, ਸਾਡੇ ਡਾਕਟਰਾਂ ਦੀ, ਸਾਡੇ ਨਰਸਿਸ ਦੀ, ਸਾਡੇ ਪੈਰਾਮੈਡਿਕਸ ਵਗੈਰਾ ਦੀ ਹਿੰਮਤ ਨਾਲ 2,282 ਬੰਦਾ ਇਸ ਬਿਮਾਰੀ ਤੋਂ ਰਾਜੀ ਹੋ ਕੇ 2,986 ਦੇ ਵਿੱਚੋਂ ਇਸ ਵੇਲੇ ਤੱਕ ਪੰਜਾਬ 'ਚ 2,986 ਕੇਸ ਨੇ, ਉਹਦੇ ਵਿੱਚੋਂ 2,282 ਕੇਸ ਰਾਜੀ ਹੋ ਕੇ ਆਪਣੇ ਘਰਾਂ 'ਚ ਵਾਪਸ ਚਲੇ ਗਏ। ਇਸ ਵੇਲੇ ਆਈਸੋਲੇਸ਼ਨ ਫੈਸਿਲਿਟੀ 'ਚ ਆਪਣੇ ਕੋਲ 532 ਨੇ ਔਰ ਹਾਈ ਡਿਪੈਂਡੈਂਸੀ ਯੂਨਿਟ ਜਿੱਥੇ ਆਕਸੀਜਨ ਦੇਣ ਦੀ ਲੋੜ ਪੈਂਦੀ ਹੈ ਉਹ 9 ਨੇ ਔਰ 2 ਬੰਦੇ ਨੇ ਵੈਂਟੀਲੇਟਰ ਦੇ ਉੱਪਰ। ਇਹ ਆંકੜੇ ਇਹ ਜਿਹੜਾ ਜੋੜ ਹੁੰਦਾ ਹੈ ਉਹ ਇੰਨਾ ਹੁੰਦਾ ਹੈ, ਲੇਕਿਨ ਅੱਜ ਦੇ ਦਿਹਾੜੇ ਸਿਰਫ ਸਾਡੇ ਕੋਲ ਇੱਕ ਹਾਈ ਡਿਪੈਂਡੈਂਸੀ ਯੂਨਿਟ ਦੇ ਉੱਪਰ ਹੈ ਆਇਆ ਹੈ ਔਰ ਵੈਂਟੀਲੇਟਰ 'ਤੇ ਅੱਜ ਕੋਈ ਸਪੋਰਟ ਕਿਸੇ ਨੂੰ ਦੇਣ ਦੀ ਲੋੜ ਨਹੀਂ ਪਈ। ਸੋ ਇਹ ਜਨਰਲੀ ਪੰਜਾਬ ਦਾ ਟ੍ਰੈਂਡ ਥੋੜ੍ਹਾ ਕੰਟਰੋਲ 'ਚ ਹੈ, ਲੇਕਿਨ ਅਗਰ ਤੁਸੀਂ ਆਪਣਾ ਜੋ ਅਸੀਂ ਤੁਹਾਨੂੰ ਦੱਸਦੇ ਹਾਂ ਇਹ ਤੁਸੀਂ ਕਦਮ ਚੱਕਦੇ ਰਹੋ ਅਤੇ ਇਹਦਾ ਬੜਾ ਫਰਕ ਪੈ ਸਕਦਾ। ਦੇਖੋ ਇਹ ਬਿਮਾਰੀ ਦਾ ਜੈਸੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿਸੇ ਨੂੰ ਕੁਛ ਨਹੀਂ ਪਤਾ, ਨਾ ਤੁਹਾਨੂੰ ਪਤਾ ਹੈ, ਨਾ ਮੈਨੂੰ ਪਤਾ ਹੈ, ਨਾ ਡਾਕਟਰਾਂ ਨੂੰ ਪਤਾ ਹੈ, ਨਾ ਸਾਇੰਟਿਸਟ ਨੂੰ ਪਤਾ ਹੈ। ਹਰ ਮੁਲਕ ਦੇ ਵਿੱਚ ਅੱਜ ਆਪਣੇ ਰਿਸਰਚ ਸਾਇੰਟਿਸਟ ਲੱਗੇ ਹੋਏ ਨੇ ਕਿ ਇਸ ਬਿਮਾਰੀ ਦਾ ਕੋਈ ਹੱਲ ਕੱਢੇ, ਕੋਈ ਵੈਕਸੀਨ ਨਿਕਲੇ, ਕੋਈ ਸੀਰਮ ਨਿਕਲੇ, ਕੋਈ ਕਿਸੇ ਕਿਸਮ ਦੀ ਗੋਲੀਆਂ ਨਿਕਲਣ ਜਿਹਦੇ ਨਾਲ ਕਾਬੂ ਕਰ ਸਕਦੇ ਹਾਂ, ਲੇਕਿਨ ਹਾਲੇ ਹੋਇਆ ਨਹੀਂ। ਔਰ ਇੱਕ ਗੱਲ ਆਪਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਬਿਮਾਰੀ ਮੁੱਕੀ ਨਹੀਂ। ਮੈਨੂੰ ਕੋਈ ਕਹਿ ਰਿਹਾ ਸੀ ਕੁਝ ਦਿਨ ਪਹਿਲਾਂ ਕਿ ਜੀ ਪਿੰਡਾਂ ਵਿੱਚ ਬਿਲਕੁਲ ਸਭ ਠੀਕ ਹੈ, ਕੁਝ ਨਹੀਂ ਕਿਸੇ ਨੂੰ ਬਿਮਾਰੀ, ਸਾਰੇ ਕਿਤੇ ਬਿਮਾਰੀ ਲੱਗ ਸਕਦੀ ਹੈ। ਇਹ ਕਹਿਣਾ ਕਿ ਅੱਜ ਕਿ ਕੁਝ ਬਿਮਾਰੀ ਨਹੀਂ, ਇਹ ਗੈਰ ਜ਼ਿੰਮੇਵਾਰੀ ਦੀ ਗੱਲ ਹੈ। ਹਰ ਕਿਤੇ ਇਹ ਬਿਮਾਰੀ ਜਾ ਸਕਦੀ ਹੈ। ਤੁਸੀਂ ਜਾਣਾ ਹੈ ਪਿੰਡਾਂ ਤੋਂ ਜਾ ਕੇ ਆਪਣੇ ਕੁਝ ਸਮਾਨ ਖਰੀਦਣਾ ਸ਼ਹਿਰ 'ਚ, ਉੱਥੋਂ ਬਿਮਾਰੀ ਨਹੀਂ ਲੱਗ ਸਕਦੀ ਤੁਹਾਨੂੰ। ਇਹ ਚੀਜ਼ਾਂ ਸਾਰੀਆਂ ਕਿਤੇ ਲੱਗ ਸਕਦੀਆਂ ਨੇ। ਇਸ ਕਰਕੇ ਆਪਾਂ ਨੂੰ ਜ਼ਿੰਮੇਵਾਰੀ ਸਮਝ ਕੇ ਆਪਾਂ ਨੂੰ ਇਹ ਆਪਣੇ ਪ੍ਰਬੰਧ ਸਾਰੇ ਠੀਕ ਰੱਖ ਕੇ ਇਹ ਕਦਮ ਆਪਾਂ ਨੂੰ ਚੱਕਣੇ ਪੈਣਗੇ। ਲੇਕਿਨ ਅੱਜ ਮੈਂ ਕਹਾਂ ਤੁਹਾਨੂੰ ਕਿ ਕਾਬੂ 'ਚ ਹੈ, ਡਾਕਟਰ ਸਾਡੇ ਨੇ ਪੂਰੇ, ਸਭ ਕੁਝ ਪੂਰਾ ਸਾਡੇ ਕੋਲ, ਲੇਕਿਨ ਫਿਰ ਵੀ ਇਹ ਬਿਮਾਰੀ ਸਾਨੂੰ ਕਿਸ ਨੂੰ ਪਤਾ ਹੀ ਨਹੀਂ ਹੋਣਾ। ਕਮਰੇ 'ਚ ਮੈਂ ਬੈਠਾ ਹਾਂ, ਮੈਨੂੰ ਕੀ ਪਤਾ ਕਿ ਤਾਕੀ ਰਾਹੀਂ ਕੋਈ ਬਿਮਾਰੀ ਦੇ ਕੋਈ ਇੱਥੇ ਵਾਇਰਸ ਅੰਦਰ ਆ ਜਾਏ ਜਾਂ ਕਦੇ ਇੱਥੋਂ ਅਸੀਂ ਬਾਹਰ ਦਰਵਾਜ਼ਾ ਖੋਲ੍ਹੀਏ ਉੱਥੋਂ ਕੋਈ ਵਾਇਰਸ ਅੰਦਰ ਆ ਜਾਏ, ਕੁਝ ਨਹੀਂ ਪਤਾ ਲੱਗਦਾ। ਔਰ ਇਹਨੇ ਬਣਨਾ, ਇਹ ਨਾ ਅੱਜ ਸਮਝੀਏ ਕਿ ਜੰਗ ਆਪਾਂ ਜਿੱਤ ਗਏ। ਆਪਾਂ ਜੰਗ ਲੜ ਰਹੇ ਹਾਂ, ਜਿੱਤਣ ਦਾ ਹਾਲੇ ਸਮੇਂ ਆਉਣਾ ਹੈ, ਲੇਕਿਨ ਅੱਜ ਦੇ ਦਿਹਾੜੇ ਇਹ ਵੱਧ ਰਹੀ ਹੈ ਪੂਰੀ ਦੁਨੀਆ ਦੇ ਵਿੱਚ ਔਰ ਸਾਡੇ ਹਿੰਦੁਸਤਾਨ ਦੇ ਵਿੱਚ ਔਰ ਹਰ ਸੂਬੇ ਦੇ ਵਿੱਚ, ਇੱਥੇ ਵੀ ਵੱਧਣੀ ਹੈ। ਲੇਕਿਨ ਜਿੰਨੀ ਵੱਧਣੀ ਹੈ ਉਹਦੇ ਵਿੱਚ ਰੁਕਾਵਟ ਪਾਉਣੀ ਅਸੀਂ, ਔਰ ਰੁਕਾਵਟ ਤੁਸੀਂ ਅਗਰ ਮੇਰੀ ਗੱਲ ਮੰਨੋਗੇ ਔਰ ਡਾਕਟਰਾਂ ਦੀ ਗੱਲ ਮੰਨੋਗੇ ਫਿਰ ਆਪਾਂ ਰੁਕਾਵਟ ਪਾ ਸਕਦੇ ਹਾਂ ਇਹਦੇ 'ਚ।
तो ये गल्लां मैं तुहाडे नाल करना चाहुंदा सी और मैं आस करदा कि तुसीं ये गल्लां नूं अपनाओगे, इस लड़ाई नूं अपना जिंदगी दा जंग, अपने परिवार ਦੀ ਜ਼ਿੰਦਗੀ ਦਾ ਜੰਗ ਔਰ ਆਪਣੇ ਪੰਜਾਬ ਦੀ ਜ਼ਿੰਦਗੀ ਦਾ ਜੰਗ ਸਮਝ ਕੇ ਇਸ ਨੂੰ ਲੜੋਗੇ। ਇਹਦੇ ਵਿੱਚ ਕੁਝ ਸਵਾਲ ਤੁਹਾਡੇ ਮੈਂ ਕਿਹਾ ਸੀ ਮੈਨੂੰ ਪੁੱਛ ਲਓ ਤੁਸੀਂ ਇੱਕ ਤਾਂ ਕਿਹਾ ਸੀ ਕਿ ਇਹ ਓਟ ਪ੍ਰੋਗਰਾਮ ਦੇ ਵਿੱਚ ਬੜਾ ਲੋਕ ਹੁਣ ਖੁਸ਼ ਨੇ ਔਰ ਇਲਾਜ ਕਰਾਉਣਾ ਚਾਹੁੰਦੇ ਨੇ ਲੋਕ, ਲੇਕਿਨ ਦਵਾਈ ਦੀ ਕੋਈ ਘਾਟ ਮਹਿਸੂਸ ਕਰ ਰਹੇ ਨੇ। ਉਹ ਅਸੀਂ ਪ੍ਰਬੰਧ ਕਰ ਦਿੱਤਾ ਉਹਦਾ। ਹਰ ਜਿੱਥੇ ਜ਼ਿਆਦਾ ਪਈ ਸੀ ਉੱਥੋਂ ਅਸੀਂ ਜਿੱਥੇ ਘੱਟ ਜਗ੍ਹਾ 'ਚ ਹੈ ਉੱਥੇ ਪਹੁੰਚਾ ਦਿੱਤੀ ਗਈ ਹੈ। ਤਾਂ ਤੁਹਾਨੂੰ ਕੋਈ ਇਹ ਦਵਾਈ ਦੀ ਹੁਣ ਘਾਟ ਨਹੀਂ ਰੱਖਣੀ। ਇਹ ਬਲਵਿੰਦਰ ਸਿੰਘ ਜੀ ਸੀ ਤਰਨਤਾਰਨ ਜਿਨ੍ਹਾਂ ਨੇ ਮੈਨੂੰ ਇਹ ਸਵਾਲ ਕੀਤਾ ਸੀ। ਤਾਂ ਤੁਸੀਂ ਤੁਹਾਡੇ ਕੋਲ ਹੁਣ ਤੁਹਾਡੇ ਜ਼ਿਲ੍ਹੇ 'ਚ ਆ ਗਈ ਹੋਣੀ ਹੈ, ਆਪਣੇ ਡਾਕਟਰਾਂ ਨੂੰ ਜ਼ਰੂਰ ਤੁਸੀਂ ਮਿਲੋ। ਤੁਸੀਂ ਫਿਰ ਕਿਹਾ ਸੀ ਇੱਕ ਅਭਿਸ਼ੇਕ ਚੌਹਾਨ ਜੀ ਚੰਡੀਗੜ੍ਹ ਤੋਂ ਪੁੱਛ ਰਹੇ ਨੇ ਕਿ ਕਾਲਜਾਂ ਦਾ 16 ਜੂਨ ਤੋਂ ਖੁੱਲ੍ਹਣਗੇ ਜਾਂ ਨਹੀਂ। ਇਹਦਾ ਕਾਲਜ ਜੈਸੇ ਮੈਂ ਤੁਹਾਨੂੰ ਆਮ ਤੌਰ 'ਤੇ ਇਹ ਸਾਡੀ ਜਿਹੜੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਔਰ ਇਹ ਨੈਸ਼ਨਲ ਲੈਵਲ 'ਤੇ ਹੁੰਦੀਆਂ ਨੇ। ਗਵਰਨਮੈਂਟ ਆਫ ਇੰਡੀਆ 1 ਜੁਲਾਈ ਨੂੰ ਇਹਦਾ ਫੈਸਲਾ ਕਰਨਗੀਆਂ ਕਿ ਕਾਲਜ ਅੱਗੇ 1 ਜੁਲਾਈ ਹੁਣ ਤੁਸੀਂ 16 ਜੂਨ ਦੀ ਪੁੱਛ ਰਹੇ ਹੋ, ਲੇਕਿਨ 16 ਜੂਨ ਤੋਂ ਨਹੀਂ, 1 ਜੁਲਾਈ ਤੋਂ ਪਤਾ ਖੋਲ੍ਹ ਕੇ ਇਹ ਤੁਹਾਨੂੰ ਸਰਕਾਰ ਦੱਸੇਗੀ ਦਿੱਲੀ ਵਾਲੀ ਕਿ ਕਦੋਂ ਆਪਣੇ ਕਾਲਜ ਆਪਣਾ ਖੋਲ੍ਹ ਸਕਾਂਗੇ ਅਸੀਂ ਉਹਦੇ। ਤੁਸੀਂ ਫਿਰ ਇੱਕ ਮੈਨੂੰ ਜਗਜੀਤ ਜੀ ਨੇ ਪੁੱਛਿਆ ਕਿ ਟ੍ਰੈਫਿਕ ਦੇ ਕਾਨੂੰਨ ਜਿਹੜੇ ਨੇ ਇਹ ਵਾਇਲੇਸ਼ਨ ਹੁੰਦੀ ਹੈ ਇਹੋ ਜਿਹੇ ਸਮੇਂ 'ਚ COVID-19 ਦੇ ਵਿੱਚ ਤੁਸੀਂ ਕੈਸੇ ਰੋਕੋਗੇ। ਦੇਖੋ ਅੱਜ ਸਾਡੀ 81,000 ਪੁਲਿਸ ਵਾਲਾ ਹੈ ਸਾਡੇ ਪੰਜਾਬ ਦੇ ਪੁਲਿਸ ਦੇ ਵਿੱਚ ਔਰ 41,000 ਬੰਦਾ ਅੱਜ ਪੰਜਾਬ ਪੁਲਿਸ ਦਾ ਸਿਰਫ ਕੋਵਿਡ ਰਿਲੇਟਡ 'ਤੇ ਸੜਕਾਂ ਦੇ ਉੱਪਰ ਆਇਆ ਹੋਇਆ ਹੈ। ਜਦੋਂ ਇੰਨੀ ਪੁਲਿਸ ਫੋਰਸ ਉੱਥੇ ਘੁੰਮ ਰਹੀ ਹੈ, ਤੁਹਾਡਾ ਖਿਆਲ ਕੋਈ ਟ੍ਰੈਫਿਕ ਵਾਇਲੇਸ਼ਨ ਹੋਣ ਦੇਣਗੇ? ਜਿਹੜਾ ਕਰਨ ਦੀ ਕੋਸ਼ਿਸ਼ ਕਰੂ ਉਹਨਾਂ 'ਤੇ ਫਾਈਨ ਹੋ ਜਾਣਾ, ਉਹਨਾਂ ਦਾ ਨੰਬਰ ਨੋਟ ਹੋ ਜਾਣਾ ਔਰ ਉਹਨਾਂ ਨੂੰ ਕਾਨੂੰਨੀ ਅਵਸਥਾ ਦੇ ਸਾਹਮਣੇ ਆਉਣਾ ਪਊ। ਇਹ ਨਾ ਕੋਈ ਸਮਝੇ ਕਿ ਇੱਥੇ ਕੋਈ ਇਹ ਗੱਲ ਅਸੀਂ ਚੱਲਣ ਦੇਵਾਂਗੇ। ਤੋ ਇਹ ਵਰੀ ਨਾ ਤੁਹਾਨੂੰ ਫਿਕਰ ਕਰਨ ਦੀ ਇਸ 'ਤੇ ਲੋੜ ਨਹੀਂ। ਇੱਕ ਸ਼ਰੂਤੀ ਜੀ ਨੇ ਜਲੰਧਰੋਂ ਮੈਨੂੰ ਪੁੱਛਿਆ ਕਿ ਅਗਰ ਬੰਦੇ ਬਾਹਲੇ ਹੋ ਜਾਣ ਸਾਡੇ ਮਰੀਜ਼ ਪੰਜਾਬ ਦੇ ਵਿੱਚ ਅਤੇ ਘਰਾਂ ਦੇ ਵਿੱਚ ਤੁਹਾਨੂੰ ਇਜਾਜ਼ਤ ਦਿੱਤੀ ਜਾਏਗੀ। ਆਲਰੇਡੀ ਇਹ ਸਿੰਪਟੋਮੈਟਿਕ ਔਰ ਕਿਤੇ ਕਿਤੇ ਸਿੰਪਟੋਮੈਟਿਕ ਲੋਕਾਂ ਨੂੰ ਵੀ ਅਸੀਂ ਘਰਾਂ ਦੇ ਵਿੱਚ ਇਜਾਜ਼ਤ ਦੇ ਦਿੱਤੀ ਹੈ ਆਪਣੇ ਇਲਾਜ ਕਰਾਉਣ ਵਾਸਤੇ। ਪਰ ਸ਼ਰੂਤੀ ਜੀ ਮੈਂ ਆਸ ਕਰਦਾ ਕਿ ਇਹੋ ਜਿਹੀ ਬਿਮਾਰੀ ਇਹੋ ਜਿਹੀ ਨੌਬਤ ਪੰਜਾਬ ਦੇ ਵਿੱਚ ਨਾ ਆਏ। ਤਿਆਰੀ ਅਸੀਂ ਪੂਰੀ ਰੱਖੀ ਹੋਈ ਹੈ, ਪਰ ਇਹ ਨਾ ਆਏ ਤਾਂ ਕਿ ਤੁਹਾਨੂੰ ਆਪਾਂ ਨੂੰ ਇਹ ਸਮਝਣ ਦੀ ਲੋੜ ਹੀ ਨਾ ਪਵੇ ਕਿ ਇਹ ਕਰਾਉਣ ਦੀ ਸਾਨੂੰ ਲੋੜ ਪਵੇ। ਅੱਜ ਸਾਡੇ ਤਿਆਰੀ ਪੂਰੀ ਹੈ ਔਰ ਵਾਹਿਗੁਰੂ ਦੀ ਕਿਰਪਾ ਨਾਲ ਪੰਜਾਬ ਦੇ ਵਿੱਚ ਆਪਾਂ ਨੂੰ ਇਹਨੂੰ ਰਿਡਿਊਸ ਕਰਕੇ ਇਹਨੂੰ ਘੱਟ ਕਰਕੇ ਇਸ ਬਿਮਾਰੀ ਨੂੰ ਇੱਥੇ ਆਉਣ ਦੇਈਏ ਤਾਂ ਫਿਰ ਆਪਾਂ ਨੂੰ ਇਹ ਨੌਬਤ ਆਏਗੀ ਨਹੀਂ। ਤੁਸੀਂ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਤੋਂ ਪੁੱਛਿਆ ਅਤੇ COVID-19 ਦੇ ਵਿੱਚ ਪਹਿਲਾਂ ਤੁਸੀਂ ਇੱਥੇ ਕਰਫਿਊ ਪੰਜਾਬ 'ਚ ਲਾਈ ਸੀ, ਉਸ ਤੋਂ ਬਾਅਦ ਤੁਸੀਂ ਕਿਹਾ ਸੀ ਕਿ ਲੰਬੀ ਚੱਲੂਗੀ। ਮੈਂ ਤਾਂ ਉਦੋਂ ਵੀ ਕਿਹਾ ਸੀ ਔਰ ਅੱਜ ਵੀ ਇਹ ਸਮਝ ਲਓ ਕਿ ਗੁਰਪ੍ਰੀਤ ਜੀ ਇਹ ਹਾਲੇ ਪੀਕ 'ਤੇ ਨਹੀਂ ਅਸੀਂ ਪਹੁੰਚੇ। ਇਹ ਸਾਰੀ ਅੱਜ ਦੁਨੀਆ ਦੇ ਜਿਹੜੇ ਮਾਹਰ ਨੇ ਉਹ ਦੱਸਦੇ ਨੇ ਕਿ ਪੀਕ ਹੋਏਗੀ ਜੁਲਾਈ ਤੋਂ ਲੈ ਕੇ ਸਪਟੰਬਰ ਤੱਕ। ਕਦੇ ਵੀ ਅਸੀਂ ਉੱਥੇ ਸਿਖਰ ਅਸੀਂ ਪਹੁੰਚ ਸਕਾਂਗੇ, ਪਰ ਸਾਨੂੰ ਹਾਲੇ ਪਤਾ ਨਹੀਂ। ਲੇਕਿਨ ਉਹਨਾਂ ਨੇ ਜੋ ਦੱਸਿਆ ਹੋਇਆ ਜਿਸ ਤਰੀਕੇ ਨਾਲ ਦੁਨੀਆ ਦੇ ਹੋਰ ਦੇਸ਼ਾਂ ਦੇ ਵਿੱਚ ਇਹ ਕੰਮ ਚੱਲ ਰਿਹਾ ਹੈ ਕਿ ਸਾਡੇ ਪੰਜਾਬ ਵਿੱਚ ਵੀ ਇਹ ਤਕਰੀਬਨ ਜੁਲਾਈ ਔਰ ਸਪਟੰਬਰ ਦੇ ਵਿੱਚ ਇਹ ਪੀਕ ਹੋਣੀ ਹੈ। ਤੋ ਉਹਦੇ ਵਾਸਤੇ ਆਪਾਂ ਨੂੰ ਬੜੀ ਤਿਆਰੀ ਨਾਲ ਇਸ ਦਾ ਸਾਹਮਣਾ ਕਰਨਾ ਪਊ ਔਰ ਉਹੀ ਗੱਲਾਂ ਜੋ ਮੈਂ ਤੁਹਾਨੂੰ ਬਾਰ-ਬਾਰ ਦੱਸਦਾ ਉਹ ਕਰਨੀਆਂ ਪੈਣਗੀਆਂ ਤਾਂ ਕਿ ਅਸੀਂ ਇਹਨੂੰ ਰੋਕ ਸਕੀਏ। ਸੰਜੇ ਕੁਮਾਰ ਜੀ ਮੁਕਤਸਰ ਨੇ ਮੈਨੂੰ ਪੁੱਛਿਆ ਹੋਇਆ ਕਿ ਜਦੋਂ ਅਸੀਂ ਕੰਮਕਾਰ ਕਰਨ ਜਾਂਦੇ ਹਾਂ ਕਿ ਸਾਨੂੰ ਈ ਪਾਸ ਜਾਂ ਕੋਵਾ ਦੀ ਐਪ ਦੀ ਲੋੜ ਹੈ ਜਾਂ ID ਕਾਰਡ ਨਾਲ ਚੱਲ ਜੂ। ਅਗਰ ਤੁਸੀਂ ਕੰਮ ਕਰਨ ਜਾ ਰਹੇ ਹੋ ਤੁਹਾਡੇ ਕੋਲ ID ਕਾਰਡ ਹੈ, ਤੁਸੀਂ ਬੇਸ਼ੱਕ ID ਕਾਰਡ ਨਾਲ ਜਾ ਸਕੋਗੇ, ਕੋਵਾ ਕਰਨ ਦੀ ਲੋੜ ਨਹੀਂ ਹੈ ਤੁਹਾਨੂੰ ਡਾਊਨਲੋਡ। ਜਿੱਥੇ ਤਾਈਂ ਆਸ਼ੂ ਗੌਤਮ ਜੀ ਨੇ ਪੁੱਛਿਆ ਜ਼ਰਾ ਦੱਸੋ ਸਾਨੂੰ ਪੰਜਾਬ ਦੇ ਵਿੱਚ ਕਰੋਨਾ ਦੇ ਬਾਰੇ ਔਰ ਕਮਿਊਨਿਟੀ ਸਪਰੈਡ। ਦੇਖੋ ਮੇਰੇ ਕੋਲ ਆંકੜੇ ਨੇ ਉਰੇ ਜਿਹੜੇ ਦੱਸਦੇ ਨੇ ਇੱਕ, ਔਰ ਉਹ ਨੇ टोटल आउटसाइडर्स पॉजिटिव टिल डेट 1471
और लोकल क्रॉस पॉजिटिव जिहड़ा मतलब कम्यूनिटी स्प्रैड 1515 दो टोटल 2986। सो कुछ तो बाहरों आए अद्धे और अद्धे इत्थे ही। वो एक कम्यूनिटी स्प्रैड और बाहरली स्प्रैड का रोकण का एक ही तरीका जो तुहानूं मैं पहला दस्सिया होया। सो आई होप तुसीं भी ऐसी अपने दोस्तां नूं सारिਆਂ मित्रां नूं सारिਆਂ नूं यही गल करोगे जो मैं तुहानूं दसदा रहा हां कि अपने बचाव वास्ते और साथियों के बचाव वास्ते जो कदम दसे गए हैं वो तुसीं करो। ये थोड़ी गल सही है कि ये लाडी बेदी जी पात्रा तो तुसीं कहा है कि लोग ਜਿਹੜੇ ਦਿੱਲੀ ਤੋਂ ਆਉਂਦੇ ਨੇ ਇਹ ਬਿਮਾਰੀ ਲੈ ਕੇ ਆਉਂਦੇ ਨੇ। ਹੁਣ ਤਕਰੀਬਨ ਸਾਡੇ ਪੰਜਾਬ ਦੇ ਵਿੱਚ ਜੋ ਆંકੜੇ ਮੇਰੇ ਕੋਲ ਨੇ ਇਹ ਕੱਲ੍ਹ ਦੇ ਦਿਨ 6500 ਗੱਡੀਆਂ ਦਿੱਲੀ ਦੇ ਰਸਤੇ ਤੋਂ ਆਈਆਂ ਨੇ। ਕੋਈ ਦਿੱਲੀ ਤੋਂ ਕੋਈ ਹਰਿਆਣੇ ਤੋਂ ਪੰਜਾਬ ਦੇ ਵਿੱਚ ਐਂਡ 6000 ਬੰਦਿਆਂ ਦਾ ਗੱਡੀਆਂ ਦਾ ਮਤਲਬ ਤਕਰੀਬਨ 20000 ਬੰਦਾ। तो ਅਸੀਂ ਕੋਈ ਕੋਸ਼ਿਸ਼ ਹੁਣ ਕੁਛ ਕਰ ਰਹੇ ਹਾਂ ਕੁਛ ਇੱਥੇ ਕੋਈ ਚੈੱਕ ਵਗੈਰਾ ਕਰਨ ਦੀ ਤਾਂ ਕਿ ਦੇਖ ਲਈਏ ਕਿ ਜਿਹੜੇ ਬੰਦੇ ਆ ਰਹੇ ਨੇ ਉਹਨਾਂ ਵਿੱਚੋਂ ਕੋਈ ਪੋਜ਼ੀਟਿਵ ਤਾਂ ਨਹੀਂ। ਅਗਰ ਕੋਈ ਪੋਜ਼ੀਟਿਵ ਹੈ ਫਿਰ ਸਾਨੂੰ ਹੋਰ ਕੋਈ ਕਦਮ ਚੱਕਣੇ ਪੈਣਗੇ ਔਰ ਜਿਹੜੇ ਬਿਲਕੁਲ ਠੀਕ ਨੇ ਉਹਨਾਂ ਨੂੰ ਅਸੀਂ ਇਜਾਜ਼ਤ ਦੇਵਾਂਗੇ ਅੰਦਰ ਆਪਣੇ ਜਾਣ ਦੀ। ਲੇਕਿਨ ਇਹ ਪ੍ਰੋਬਲਮ ਸਾਨੂੰ ਆ ਰਹੀ ਹੈ ਜਿੱਥੇ ਤਾਈਂ ਰਾਜਸਥਾਨ ਹੈ ਜਿੱਥੋਂ ਪਹਿਲਾਂ ਵੀ ਸਾਨੂੰ ਬਿਮਾਰੀ ਆਈ ਸੀ ਉੱਥੇ ਤਾਂ ਟੋਟਲ ਰਾਜਸਥਾਨ ਨੇ ਆਪਣੇ ਬਾਰਡਰ ਸੀਲ ਕਰਤੇ, हरियाणा ने अपने बॉर्डर सील करते, राजस्थान हिमाचल ने साढ़े बॉर्डर सील करते और इधर पाकिस्तान ने उन्हें भी सील ही करते। तो साढ़े तो पंजाब दे विच हुण सील का ही घेरा पिया होया है। तो इत्थे कोई बाहरों आउण दी लोड़ नहीं। पर जिहड़े आ रहे ने 6000 गड्डियां ये पास लियाउंदे ने पता नहीं कैसे आउंदे ने। असीं जरूर चैक करांगे कि आए कैसे इन्ने और क्यों आ रहे ने, कैसे आ रहे ने। कोई सर्टिफिकेट लिया रहा है, बगैर सर्टिफिकेट आ रहा है ताकि असीं इन्हूं चैक कर सकीए। ਤੁਸੀਂ ਮੈਨੂੰ ਪੁੱਛਿਆ ਕਿ ਤੁਸੀਂ ਪਠਾਨਕੋਟ ਔਰ ਗੁਰਦਾਸਪੁਰ ਦੇ ਵਿੱਚ ਕੋਈ ਹਸਪੀਟਲ ਨਹੀਂ ਔਰ ਤੁਸੀਂ ਜਾਣਾ ਪੈਂਦਾ ਤੁਹਾਨੂੰ ਅੰਮ੍ਰਿਤਸਰ ਜਾਣਾ ਪੈਂਦਾ ਸਿਰਫ ਤੁਹਾਨੂੰ ਆਪਣੇ ਟੈਸਟ ਕਰਾਉਣ ਵਾਸਤੇ। ਅੰਮ੍ਰਿਤਸਰ ਦੇ ਵਿੱਚ ਤੁਹਾਡੇ ਔਰ ਗੁਰਦਾਸਪੁਰ ਦੇ ਵਿੱਚ ਤੁਹਾਡੇ ਹਸਪੀਟਲ ਹੈ, ਚਿੰਤਪੁਰਨੀ ਵਗੈਰਾ ਸਾਡੇ ਹਸਪੀਟਲ ਹੈ। ਤਾਂ ਹਸਪੀਟਲ ਦੀ ਕੋਈ ਘਾਟ ਨਹੀਂ, ਟੈਸਟਿੰਗ ਦੀ ਘਾਟ ਹੈ ਤੁਹਾਡੇ ਏਰੀਆ 'ਚ। ਉਹ ਅਸੀਂ ਦੇਖ ਰਹੇ ਹਾਂ ਕਿ ਕੋਈ ਹੋਰ ਲੈਬੋਰੇਟਰੀ ਉੱਥੇ ਲੱਗ ਸਕਦੀ ਹੈ। ਹੁਣ ਤਾਂ ਜਿਹੜੇ ਤੁਸੀਂ ਟੈਸਟ ਕਰਾਉਣੇ ਨੇ ਉਹ ਤੁਹਾਨੂੰ ਅੰਮ੍ਰਿਤਸਰ ਜਾਣਾ ਪਊ और जल्दी तो जल्दी असी देखांगे कि थोड़े एरिया च भी एक टेस्टिंग का प्रबंध असी कर सकीए। रचित शर्मा जी ने कहा है कि मैं है पंजाब दा लेकिन दिल्ली दे विच मैं अपना काम कर रहा तो अगर मैनू खुदा ना खासा कोई कोविड हो जाए तो मैनू पंजाब तुसी आउण दिओगे अपने इलाज वास्ते? जरूर बेटा, तुसी पंजाब दे हो, तुसी साडे हो और अगर तुहानूं इहो जी कोई बीमारी आउंदी है तुसी किसी हॉस्पिटल नाल करके ना ਜਿਹੜੇ ਹਸਪੀਟਲ ਨੂੰ ਵੀ ਪੰਜਾਬ ਤੁਸੀਂ ਜਾਣਦੇ ਹੋ ਆਪਣੀ ਔਰ ਦਾਖਲਾ ਉਹਨਾਂ ਦੇ ਨਾਲ ਟੈਲੀਫੋਨ 'ਤੇ ਗੱਲ ਕਰਕੇ ਆਪਣੇ ਦਿੱਲੀ ਤੋਂ ਡਾਕਟਰ ਤੋਂ ਲਿਖਵਾ ਕੇ ਲਿਆਓ ਕਿ ਫਲਾਣੇ ਹਸਪੀਟਲ 'ਤੇ ਜਾਣਾ ਅਤੇ ਸਿੱਧੇ ਪੰਜਾਬ ਐਂਟਰੀ ਤੋਂ ਜਦ ਤੁਸੀਂ ਕਰੋਗੇ ਸਿੱਧੇ ਆਪਣੇ ਹਸਪੀਟਲ ਤੱਕ ਤੁਹਾਨੂੰ ਤੁਸੀਂ ਉੱਥੇ ਅਗਰ ਚਲੇ ਜਾਓ ਤੁਹਾਨੂੰ ਕੋਈ ਰੁਕਾਵਟ ਨਹੀਂ, ਅਸੀਂ ਜ਼ਰੂਰ ਤੁਹਾਡਾ ਇਲਾਜ ਪੂਰਾ ਦੇਖਾਂਗੇ। ਇਹ ਅਸੀਂ ਡਿਪਟੀ ਕਮਿਸ਼ਨਰ ਨੂੰ ਕਹਿ ਰਹੇ ਹਾਂ। ਇਹ ਮੁਨੀਸ਼ ਗਰਗ ਜੀ ਨੇ, ਇਹ ਕਹਿੰਦੇ ਨੇ ਕਿ ਦਿੜਵੇ ਦੇ ਵਿੱਚ ਮੀਟ ਦੀ ਦੁਕਾਨਾਂ ਉੱਥੇ ਨੇ ਔਰ ਕੋਈ ਚੈੱਕਅਪ ਨਹੀਂ ਹੋ ਰਹੀਆਂ। ਉਹ ਅਸੀਂ ਵੀ ਇਨਫੋਰਮਿੰਗ ਡਿਪਟੀ ਕਮਿਸ਼ਨਰ ਕਿ ਆਪਣੇ ਮਹਿਕਮੇ ਨੂੰ ਕਰਕੇ ਐਕਟੀਵੇਟ ਕਰਕੇ ਦੇਖਣ ਕਿ ਕਿੱਥੇ ਕਿੱਥੇ ਕੰਮ ਹੋ ਰਿਹਾ ਕਿਉਂਕਿ ਉੱਥੋਂ ਫੈਲ ਸਕਦਾ ਹੈ। ਤੁਸੀਂ ਮੈਨੂੰ ਅੱਜ ਮਨਮੋਹਨ ਸਿੰਘ ਜੀ ਅਰੋੜਾ ਨੇ ਪੁੱਛਿਆ ਕਿ ਸ਼ਨੀਚਰਵਾਰ ਅਤੇ ਐਤਵਾਰ ਨੂੰ ਤੁਸੀਂ ਬੰਦ ਕਰਤਾ, ਅਸੀਂ ਇਹਦੇ 'ਚ ਬਹੁਤ ਖੁਸ਼ ਹਾਂ। ਲੇਕਿਨ ਜਿਹੜੇ ਅਸੀਂ 60 ਸਾਲ ਦੀ ਉੱਪਰ ਦੀ ਉਮਰ ਹੈ ਅਗਰ ਸਾਨੂੰ ਕਿਸੇ ਚੀਜ਼ ਦੀ ਲੋੜ ਪਵੇ ਜਿਹੜੀ ਡੇਲੀ ਤੁਹਾਨੂੰ ਇਸਤੇਮਾਲ ਕਰਨ ਵਾਲੀਆਂ ਚੀਜ਼ਾਂ ਨੇ, ਸਾਨੂੰ ਕੋਈ ਹੋਮ ਡਿਲੀਵਰੀ ਹੋ ਸਕਦੀ ਹੈ, ਜ਼ਰੂਰ ਹੋ ਸਕਦੀ ਹੈ ਸਪੈਸ਼ਲ ਡਿਲੀਵਰੀ। ਔਰ ਅਸੀਂ ਡਿਪਟੀ ਕਮਿਸ਼ਨਰ ਨੂੰ ਕਹਾਂਗੇ ਤੁਸੀਂ ਉਹਨਾਂ ਨੂੰ ਕੰਟੈਕਟ ਕਰੋ ਔਰ ਤੁਹਾਡਾ ਪ੍ਰਬੰਧ ਹੋਊਗਾ। ਤੁਸੀਂ ਬਾਹਰ ਜਾਣ ਦੀ ਤੁਹਾਨੂੰ ਕੋਈ ਲੋੜ ਨਹੀਂ, ਤੁਹਾਨੂੰ ਘਰਾਂ ਦੇ ਵਿੱਚ ਡਿਲੀਵਰੀ ਅਸੀਂ ਕਰਵਾ ਦਾਂਗੇ। ਇੱਕ ਫਿਰ ਮੈਨੂੰ ਆਇਆ ਕੁਲਵੰਤ ਸਿੰਘ ਕਾਂਤ ਜੀ ਦਾ ਲੁਧਿਆਣੇ ਤੋਂ ਕਿ ਸਾਡੇ ਮੁਹੱਲੇ ਦੇ ਵਿੱਚ ਇੱਕ 70 ਸਾਲ ਦੀ ਬੀਬੀ ਰਹਿੰਦੀ ਹੈ, 11 ਸਾਲ ਦਾ ਉਹਦਾ ਪੋਤਾ, ਲੇਕਿਨ ਇਹਦੇ ਬੇਟੇ ਦਾ ਖੂਨ ਹੋ ਗਿਆ ਸੀ ਔਰ ਜਿਹੜੀ ਉਹਨਾਂ ਦੀ ਨੂੰਹ ਹੈ ਉਹ ਛੱਡ ਕੇ ਚਲੀ ਗਈ ਘਰੋਂ ਅਤੇ ਉਹ ਵਿਚਾਰੀ ਆਪ ਸਭ ਕੁਝ ਦੇਖਦੀ ਹੈ। ਗ੍ਰੈਂਡਸਨ ਦੀ ਐਜੂਕੇਸ਼ਨ ਵੀ,
ਉਹਨਾਂ ਦੀ ਪੜ੍ਹਾਈ ਲਿਖਾਈ ਵੀ, ਅਤੇ ਬਾਕੀ ਅਸੀਂ ਸਾਰੇ ਥੋੜ੍ਹਾ ਥੋੜ੍ਹਾ ਕਰਕੇ ਉਹਨੂੰ ਰਾਸ਼ਨ ਦਿੰਦੇ ਹਾਂ। ਲੇਕਿਨ ਹੁਣ ਇਸ ਬੀਬੀ ਦਾ ਹੁਣ ਹਾਲਾਤ ਇਹ ਬਣ ਗਏ ਕਿ ਉਹਨੂੰ TB ਵੀ ਹੋ ਗਈ, ਔਰ ਅਸੀਂ ਦੇਖ ਰਹੇ ਹਾਂ ਕਿ ਉਹਨੇ ਤਾਂ ਪਤਾ ਨਹੀਂ, ਔਰ ਕਿਰਾਏ ਵਾਲਾ ਵੀ ਉਹਦੇ ਕਿਰਾਏ ਨੂੰ ਬਾਹਰ ਕੱਢਣਾ ਚਾਹੁੰਦਾ ਹੈ ਕਿਉਂਕਿ ਕਿਰਾਇਆ ਉਹ ਦੇ ਨਹੀਂ ਸਕਦੀ। ਅਤੇ ਇਹਦਾ ਕੁਛ ਪਲੀਜ਼ ਹੈਲਪ ਕਰੋ। ਮੈਂ ਹੁਣੀ ਡਿਪਟੀ ਕਮਿਸ਼ਨਰ ਨੂੰ ਅਸੀਂ ਆਦੇਸ਼ ਦੇ ਰਹੇ ਹਾਂ ਕਿ ਇਸ ਬੀਬੀ ਨੂੰ ਜਾ ਕੇ ਮਿਲਣ, ਨੰਬਰ ਹੈ ਮੇਰੇ ਕੋਲ, ਔਰ ਇਸ ਬੀਬੀ ਦਾ ਅਗਲੇ ਸਾਲ ਦਾ ਪੂਰਾ ਜੋ ਕਿਰਾਇਆ ਉਹ ਵੀ ਦੇਵਾਂਗੇ ਅਸੀਂ, ਜੋ ਬਕਾਇਆ ਰਹਿ ਗਿਆ, ਔਰ ਅੱਗੇ ਵਾਸਤੇ 1 ਸਾਲ ਵਾਸਤੇ ਅਸੀਂ ਦੇਵਾਂਗੇ। ਔਰ ਜਿਹੜੇ ਬੱਚੇ ਦੀ ਇਸ ਬੀਬੀ ਦੀ ਜਿਹੜੀ TB ਦਾ ਇਲਾਜ ਹੈ ਪੂਰਾ ਅਸੀਂ ਕਰਵਾਵਾਂਗੇ। ਔਰ ਬੱਚਾ ਤਾਂ ਜਿਹੜਾ ਪੜ੍ਹ ਰਿਹਾ ਉਹ ਤਾਂ ਗਵਰਨਮੈਂਟ ਸਕੂਲ ਪੜ੍ਹਦਾ ਹੋਣਾ, ਅਸੀਂ ਉਹ ਤਾਂ ਉੱਥੇ ਗਵਰਨਮੈਂਟ ਸਕੂਲ 'ਚ ਕੋਈ ਫੀਸ ਨਹੀਂ ਹੁੰਦੀ, ਤਾਂ ਇਹ ਅਸੀਂ ਪੂਰਾ ਇਸ ਤਰ੍ਹਾਂ ਦੇਖਾਂਗੇ। ਤਾਂ ਤੁਸੀਂ ਉਹਨਾਂ ਨੂੰ ਦੱਸ ਦੇਣਾ ਕੁਲਵੰਤ ਸਿੰਘ ਜੀ ਕਿ ਡਿਪਟੀ ਕਮਿਸ਼ਨਰ ਉਹਨਾਂ ਦੇ ਘਰ ਆਊ, ਆਪਣੇ ਬੰਦੇ ਨੂੰ ਭੇਜਣਗੇ ਉੱਥੇ, ਔਰ ਇਹਨਾਂ ਦਾ ਪ੍ਰਬੰਧ ਅਸੀਂ ਪੂਰਾ ਕਰਾਂਗੇ। ਇੱਕ ਮੈਨੂੰ ਰਮਨਦੀਪ ਜੀ ਨੇ ਪੁੱਛਿਆ ਕਿ ਸ਼ੂਟਿੰਗ ਆਫ ਮੂਵੀਜ਼ ਵਗੈਰਾ, ਸਿਨੇਮਾ ਬਣਾਉਣਾ ਵਗੈਰਾ, ਬੜੇ ਲੋਕ ਪੰਜਾਬ ਦੇ ਵਿੱਚ ਇੱਥੇ ਆਏ ਹੋਏ ਨੇ ਕਰਾਉਣ ਵਾਸਤੇ, ਉਹ ਇਜਾਜ਼ਤ ਹੈ ਸਾਨੂੰ ਜਾਂ ਨਹੀਂ? ਜ਼ਰੂਰ ਇਜਾਜ਼ਤ ਹੈ ਤੁਹਾਨੂੰ। ਅਸੀਂ ਡਿਪਟੀ ਕਮਿਸ਼ਨਰ ਨੂੰ ਇਨਫੋਰਮ ਕਰੇ, ਤੁਸੀਂ ਪਿਕਚਰਾਂ ਖਿੱਚ ਆਪਣੀ ਮੂਵੀਜ਼ ਬਣਾਉਣੀਆਂ ਸ਼ੌਕ ਨਾਲ ਬਣਾਓ ਔਰ ਸਫਲ ਹੋ ਇਹਦੇ ਵਿੱਚ, ਅਤੇ ਜ਼ਰੂਰ ਅਸੀਂ ਡਿਪਟੀ ਕਮਿਸ਼ਨਰ ਨੂੰ ਇਹ ਗੱਲ ਮੈਂ ਤੁਹਾਨੂੰ ਦੱਸ ਦਿੰਦਾ। ਇੱਕ ਨੇ ਪੁੱਛਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਖਤੀ ਨਾਲ ਕਰਫਿਊ ਲਗਾਓ ਜੀ। ਇਹ ਅੰਮ੍ਰਿਤਸਰ 'ਤੇ ਸਭ ਤੋਂ ਜ਼ਿਆਦਾ ਆਪਣੇ ਆંકੜੇ ਜੋ ਆਏ ਨੇ ਮੇਰੇ ਕੋਲ, ਸਭ ਤੋਂ ਜ਼ਿਆਦਾ ਆਪਣੇ ਲੋਕ ਅੰਮ੍ਰਿਤਸਰ 'ਚ ਨੇ। ਹੁਣ ਇਹ ਅੱਜ ਦੇ ਦਿਨ ਇਹ 117 ਵਿੱਚੋਂ 63 ਕੇਸ ਅੰਮ੍ਰਿਤਸਰ ਦੇ ਨੇ। ਜੈਸੇ ਮੈਂ ਤੁਹਾਨੂੰ ਦੱਸਿਆ, ਇੱਕ ਤਾਂ ਏਅਰਪੋਰਟ ਤੋਂ ਚੈਕਿੰਗ, ਇੱਕ ਰੇਲਵੇ ਸਟੇਸ਼ਨ ਦੀ ਚੈਕਿੰਗ, ਇਹ ਅਸੀਂ ਹੁਣ ਕਰਵਾਵਾਂਗੇ। ਲੇਕਿਨ ਪਲੀਜ਼ ਤੁਸੀਂ ਵੀ ਜ਼ਰਾ ਜ਼ਿਆਦਾ ਇਹਤਿਆਤ ਤੁਸੀਂ ਕਰੋ ਤਾਂ ਕਿ ਇਹ ਗੱਲ ਅੰਮ੍ਰਿਤਸਰ ਤੋਂ, ਉਹ ਸਾਡੇ ਬਹੁਤ ਇੱਕ ਪਵਿੱਤਰ ਇੱਕ ਸਥਾਨ ਹੈ, ਉਸ ਸ਼ਹਿਰ ਦੇ ਵਿੱਚ ਤੁਸੀਂ ਜ਼ਰੂਰ ਆਪਣਾ ਧਿਆਨ ਰੱਖੋ, ਆਪਣੇ ਪਰਿਵਾਰਾਂ ਦਾ ਧਿਆਨ ਰੱਖੋ ਔਰ ਸ਼ਹਿਰ ਦਾ ਧਿਆਨ ਰੱਖੋ। ਇਹ ਤੁਸੀਂ ਮੇਰੀ ਤਾਂ ਬੇਨਤੀ ਤੁਹਾਨੂੰ ਇਹੀ ਹੋਏਗੀ। ਔਰ ਅਸੀਂ ਵੀ ਆਪਣੇ ਤੌਰ 'ਤੇ ਚੈੱਕ ਕਰਵਾਵਾਂਗੇ ਕਿ ਜੋ ਏਅਰਪੋਰਟ, ਰੇਲਵੇ ਸਟੇਸ਼ਨ ਵਗੈਰਾ ਹੋ ਰਿਹਾ ਇਹਦਾ ਕੀ ਅਸੀਂ ਕਰ ਸਕਦੇ ਹਾਂ। ਇੱਥੇ ਤੁਸੀਂ ਮੈਨੂੰ ਕਿਹਾ ਹੈ, ਇਹ ਹੈ ਸੱਜਣ ਬਲਰਾਜ ਜੀ, ਬ੍ਰਿਸਬੇਨ, ਕੁਈਨਜ਼ਲੈਂਡ, ਆਸਟ੍ਰੇਲੀਆ, ਕਿ ਆਈ ਹੋਪ ਦ ਸਿਚੁਏਸ਼ਨ ਪੰਜਾਬ ਡਜ਼ ਨਾਟ ਗੈਟ ਵਰਸ, ਬਟ ਇਨ ਕੇਸ ਇਟ ਡਜ਼, ਅਗਰ ਇਹ ਵੱਧ ਜੇ ਬਿਮਾਰੀ ਉਰੇ, ਫਿਰ ਬੜਾ ਇਹ ਜ਼ਰੂਰੀ ਹੈ ਕਿ ਤੁਸੀਂ ਮਰੀਜ਼ਾਂ ਨੂੰ ਵੱਖ-ਵੱਖ ਕਮਰਿਆਂ ਦੇ ਵਿੱਚ ਰੱਖੋ, ਅਤੇ ਮੇਰੇ ਇਸ ਵਾਸਤੇ ਮੈਂ ਆਪਣਾ ਘਰ ਦੇਣ ਨੂੰ ਤੁਹਾਨੂੰ ਤਿਆਰ ਹੈ। ਸੱਜਣ ਜੀ, ਪਹਿਲਾਂ ਤਾਂ ਦਿਲੋਂ ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹਾਂ, ਬਹੁਤ ਵੱਡਾ ਦਿਲ ਦਿਖਾਇਆ ਤੁਸੀਂ, ਔਰ ਮੈਂ ਬਹੁਤ ਧੰਨਵਾਦੀ ਹਾਂ ਤੁਹਾਡਾ ਕਿ ਤੁਸੀਂ ਇਹ ਤੁਸੀਂ ਜਿਹਨੂੰ ਸਾਨੂੰ ਕਿਹਾ ਕਿ ਮੇਰਾ ਘਰ ਲੈ ਜਾਓ। ਇਹ ਨਹੀਂ ਤੁਸੀਂ ਦੱਸਿਆ ਕਿ ਕਿਹੜੇ ਸ਼ਹਿਰ ਤੁਸੀਂ ਪੰਜਾਬ ਤੋਂ ਗਏ ਹੋ ਔਰ ਕਿੱਥੇ ਤੁਹਾਡਾ ਘਰ ਹੈ, ਜਰਾ ਪਤਾ ਵਗੈਰਾ ਸਾਨੂੰ ਭੇਜ ਦਿਓ। ਵਾਹਿਗੁਰੂ ਕਰੇ ਇਹੋ ਜਿਹੀ ਲੋੜ ਨਾ ਪਵੇ ਸਾਨੂੰ ਤੁਹਾਡੇ ਘਰ ਦੀ, ਔਰ ਇਹ ਕਾਬੂ ਹੋ ਜਾਏ ਬਿਮਾਰੀ। ਲੇਕਿਨ ਅਗਰ ਨਹੀਂ ਹੁੰਦੀ ਔਰ ਸਾਨੂੰ ਲੋੜ ਹੈ, ਤਾਂ ਜਿਹੜਾ ਤੁਸੀਂ ਅੱਜ ਸ਼ੁਰੂਆਤ ਕੀਤੀ ਹੈ ਇੰਨੇ ਵੱਡੇ ਦਿਲ ਨਾਲ, ਮੈਨੂੰ ਪੂਰਾ ਭਰੋਸਾ ਹੈ ਹੋਰ ਪੰਜਾਬੀ ਵੀ ਇਹ ਕਰਨਗੇ। ਪੰਜਾਬੀਆਂ ਦਾ ਦਿਲ ਵੱਡਾ ਹੁੰਦਾ ਹੈ, ਔਰ ਤੁਸੀਂ ਵੀ ਕਰੋ, ਤੁਸੀਂ ਹੋਰ ਵੀ ਕਰਨਗੇ ਤਾਂ ਕਿ ਆਪਣੇ ਪੰਜਾਬੀਆਂ ਨੂੰ ਆਪਾਂ ਬਚਾ ਸਕੀਏ। ਤੋ ਧੰਨਵਾਦ ਤੁਹਾਡਾ, ਔਰ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ, ਔਰ ਮੈਂ ਆਸ ਕਰਦਾ ਕਿ ਤੁਸੀਂ ਵੀ ਚੜ੍ਹਦੀ ਕਲਾ 'ਚ ਰਹੋ। ਤੁਸੀਂ ਉੱਥੇ ਬ੍ਰਿਸਬੇਨ ਦੇ ਵਿੱਚ, ਮੈਂ ਆਸ ਕਰਦਾ ਕਿ ਆਸਟ੍ਰੇਲੀਆ ਵਿੱਚ ਵੀ ਇਹ ਬਿਮਾਰੀ ਕਾਬੂ 'ਚ ਆ ਗਈ ਹੋਏਗੀ ਹੁਣ, ਔਰ ਪਰ ਆਪਣਾ ਪਰਿਵਾਰ ਦਾ ਔਰ ਸਾਰਿਆਂ ਦਾ ਗੁਆਂਢੀਆਂ ਦਾ ਧਿਆਨ ਰੱਖਣਾ ਤੁਸੀਂ। ਔਰ ਸਾਰੇ ਪੰਜਾਬੀਆਂ ਨੂੰ ਮੇਰੇ ਇੱਕ ਵਾਰ ਫਿਰ ਫਤਿਹ। ਔਰ ਮੈਂ ਆਸ ਕਰਦਾ ਕਿ ਤੁਸੀਂ ਵੀ ਸਾਰਿਆਂ ਦੇ ਕਹੇ 'ਤੇ ਜੋ ਤੁਹਾਨੂੰ ਦੱਸਿਆ ਗਿਆ, ਮੈਂ ਦੱਸਿਆ, ਡਾਕਟਰਾਂ ਨੇ ਦੱਸਿਆ ਗਿਆ, ਤੁਹਾਡੇ ਹੋਰ ਵੱਡਿਆਂ ਨੇ ਦੱਸਿਆ, ਉਹ ਆਪਣੇ ਕਦਮ ਚੱਕੋ ਔਰ ਆਪਾਂ ਚਲੋ ਆਪਣੇ ਪੰਜਾਬ ਨੂੰ ਔਰ ਆਪਣੇ ਪਰਿਵਾਰਾਂ ਨੂੰ ਬਚਾਈਏ। ਬਹੁਤ ਧੰਨਵਾਦ ਤੁਹਾਡਾ। ਜੈ ਹਿੰਦ।